बिस्मिल्लाहिर्रहमानिर्रहीम जी। राई दोस्तों की हाल जी, ठीक हो, खैरियत है। सब तो पहला साडा एक तनजीम है राई डिपार्टमेंट, इन्हें किसी के खिलाफ पोस्ट लाई जिसे जिन्हें लिखा है कि तुसी सिखां दी ते हिंदुओं की औलाद हो। बहुत नामाकूल गल है, बड़ी गलत बात है। हाँ, अगर उस राणे चिट्टे ने राइयां के बारे में कोई गलीज वीडियो बनाई या गलीज पोस्ट लाई, यदा हक ही बनता सी कि वो नाल ला के वीडियो या पोस्ट लांदा। इस वो नहीं लाई, इस डायरैक्ट पोस्ट लाती भी तुसी हिंदुओं की ते सिखां की औलाद हो। बहुत बुरी गल है। और गल हमेशा हक की ते सच की करनी चाहिए। बेशक तुहाडा एक पासे प्यो हो, एक पासे दुश्मन हो। बहुत नामाकूल पोस्ट बनाई, लिखी, गलत किया। अगर तू पोस्ट ला छड़ी फिर तेनू चाहिए सी तू इसका दफा करदा। जे तुसी दफा करन जोगे नहीं तो फिर एवें किसी को उंगल नहीं देती, फिर एवें किसी के खिलाफ पोस्टां नहीं लाई दियां। तेरी उस पोस्ट की वजह से जो उन्हें गलीज जबान इस्तेमाल की थी, राइयां ने हीरा मंडी, ईरान के बशिंदे की कुछ बकवास की थी, गलीज जबान इस्तेमाल की थी। जे तुसां पोस्ट लाई सी फिर तुहाडा काम सी कि तुसीं दफा कर दे, पर तुसां दफा भी नहीं किया। पर तुसीं मुद्दत की झक तरह बह गए। बेइज्जती तुसीं पूरी राई कौम की कराई। तेनू किहड़ी जरूरत सी भाई, जे तुसीं इन्ने जोगे नहीं कि तुसीं दफा कर सको, फिर क्यों तुसीं इस तरह की चपला मारदे जे। नाले किसी को भी हिंदू की औलाद या सिखां की औलाद नहीं कहना चाहिए। किसी एक की वजह तो किसी की पूरी जी कौम होंगी वो गलत नहीं हो सकती। तो जे इस को गलत किया सी तो तू उसका सबूत ना लाना सी भी आ इन्हें राइयां के बारे में बकवास किया, आ इन्हें गलीज जबान इस्तेमाल की थी। वो तुसा बिल्कुल किसी शो नहीं किया, तुसा डायरैक्ट पोस्ट लाती। जो इन्हें गंदी जबान और राइयां के बारे में इस्तेमाल की थी वो मैं वीडियो में चलान लगा वा। अदरा वीडियो सारे दोस्तों ने जी सुनिया जे। यार मैं नहा के निकलिया सीगा ते ताजी ताजी खबर लैके आया, तो मैं बाहर बैठा ना धुੱਪ ਸੇਕ ਰਿਹਾ ਸੀ, ਨਾਲੇ ਮੈਂ ਲੇਜ਼ ਖਾ ਰਿਹਾ ਸੀਗਾ। ਤੇ ਮੈਨੂੰ ਆ ਕਿਸੇ ਮੇਰੇ ਯਾਰ ਨੇ ਸਕਰੀਨਸ਼ਾਟ ਸੈਂਡ ਕੀਤਾ। ਤੇ ਇਹ ਰਾਈ ਕਮਿਊਨਿਟੀ ਕੋਈ ਪਾਕਿਸਤਾਨ ਦੀ ਆ, ਉਹਨਾਂ ਦਾ ਪੇਜ ਆ, ਤੇ ਉਹਨਾਂ ਨੇ ਮੇਰੀ ਵੀਡੀਓ ਲਾ ਕੇ ਤੇ ਅੱਗੇ ਲਿਖਤਾ ਜੀ ਸਿੱਖ ਤੇ ਹਿੰਦੂ ਹੁਣ ਰਾਈਆਂ ਦਾ ਮੁਕਾਬਲਾ ਕਰਾਂਗੇ। ਅਸੀਂ ਨਹੀਂ ਕਰ ਸਕਦੇ, ਤੇਰੇ ਪਤਾ ਨਹੀਂ ਕਿਹੜੀ ਬਵਾਸੀਰ ਵਾਲਾ ਕੀੜਾ ਟੱਪਿਆ ਆ ਤੇ ਤੂੰ ਮੇਰੀ ਇਹ ਪੋਸਟ ਲਾਤੀ ਆ। ਅਸੀਂ ਕਿੱਥੋਂ ਮੁਕਾਬਲਾ ਕਰ ਸਕਦੇ? ਅਸੀਂ ਰਾਜਿਆਂ ਦੀ ਔਲਾਦ ਆ, ਮਹਾਰਾਜਿਆਂ ਦੀ ਔਲਾਦ ਆ। ਤੇ ਤੁਸੀਂ ਇਰਾਨ ਦੇ ਕੱਢੇ ਬਸ਼ਿੰਦੇ ਜਿਨ੍ਹਾਂ ਨੂੰ ਅਸੀਂ ਸਾਡੇ ਵੜਕਿਆਂ ਨੇ ਪਨਾਹਾਂ ਦਿੱਤੀਆਂ ਸੀ ਆ ਕੇ, ਹਿੰਦੂਆਂ ਨੇ ਤੇ ਸਿੱਖਾਂ ਨੇ। ਅਸੀਂ ਕਿਹੜਾ ਮੁੱਕਰਦੇ ਆ ਕਿ ਸਾਡੇ ਵੜਕੇ ਨਹੀਂ ਸੀਗੇ ਸਿੱਖ ਹਿੰਦੂ। ਅਸੀਂ ਮੰਨਦੇ ਆ, ਤੁਸੀਂ ਵੀ ਮੰਨੋ ਕਿ ਤੁਹਾਨੂੰ ਇਰਾਨ ਚੋਂ ਕਿਸ ਵਜ੍ਹਾ ਤੋਂ ਕੱਢਿਆ ਸੀਗਾ, ਪੂਰੀ ਰਾਈ ਕੌਮ ਨੂੰ ਕਿਉਂ ਕੱਢਿਆ ਗਿਆ ਸੀਗਾ। ਮੰਨੋ ਨਾ, ਉੱਥੋਂ ਹੀਰਾ ਮੰਡੀਆਂ ਤੁਹਾਡੀਆਂ ਸੀਗੀਆਂ, ਤਾਂ ਉੱਥੋਂ ਇਰਾਨ ਦੇ ਬਾਦਸ਼ਾਹ ਮੁਸਲਮਾਨ ਆਇਆ, ਉਹਨੇ ਸਾਰੇ ਉੱਥੋਂ ਦੇ ਕੰਜਰ ਭਜਾ ਦਿੱਤੇ ਸੀਗੇ। ਹੁਣ ਟੱਪੋ, ਮਿਰਚਾਂ ਲੱਗਣਗੀਆਂ ਹੁਣ ਤੁਹਾਨੂੰ ਸਾਰਿਆਂ ਨੂੰ। ਮੇਰਾ ਪੜ੍ਹ ਲਓ ਤੁਸੀਂ ਐਲ ਵੀ, ਤੁਸੀਂ ਤਮੀਜ਼ ਦੇ ਦਾਇਰੇ 'ਚ ਰਹੋ। ਤੁਸੀਂ ਮੇਰੀ ਜ਼ਾਤੀਅਤ ਸਾਡੇ ਤੇ ਉਤਰ ਆਏ ਆ ਕਿ ਸਿੱਖ ਹਿੰਦੂ ਮੁਸਲਮਾਨ। ਅਸੀਂ ਹਾਂ ਅਸੀਂ ਮੰਨਦੇ ਆ ਕਿ ਅਸੀਂ ਡੋਗਰ ਵੱਟੂ ਰਾਜਪੂਤ ਕੌਮਾਂ ਜਿੰਨੀਆਂ ਵੀ ਆ ਸਿੱਖੋ ਹਿੰਦੂ ਮੁਸਲਮਾਨ ਹੋਈਆਂ, ਅਸੀਂ ਮੁੱਕਰਦੇ ਨਹੀਂ ਹੈਗੇ। ਤੁਸੀਂ ਵੀ ਮੰਨੋ ਕਿ ਤੁਹਾਡੀਆਂ ਇਰਾਨ ਦੇ ਵਿੱਚ ਹੀਰਾ ਮੰਡੀਆਂ ਸੀਗੀਆਂ ਤੇ ਉੱਥੋਂ ਦਾ ਬਾਦਸ਼ਾਹ ਮੁਸਲਮਾਨ ਆਇਆ, ਉਹਨੇ ਉੱਥੋਂ ਦਾ ਇਹ ਗੰਦਾ ਕਲਚਰ ਖਤਮ ਕੀਤਾ। ਤੇ ਫਿਰ ਤੁਸੀਂ ਇਹ ਹਿੰਦੁਸਤਾਨ ਦੇ ਵਿੱਚ ਆਏ ਆ, ਉੱਥੇ ਸਾਡੇ ਵੜਕੇ ਜਿਹੜੇ ਰਾਜੇ ਮਹਾਰਾਜੇ ਸੀਗੇ ਉਹਨਾਂ ਨੇ ਤੁਹਾਨੂੰ ਪਨਾਹਾਂ ਦਿੱਤੀਆਂ, ਉਹਨਾਂ ਦੇ ਖੇਤਾਂ 'ਚ ਤੁਸੀਂ ਕੰਮ ਕਰਦੇ ਰਹੇ ਆ, ਕਿਉਂਕਿ ਸਾਡੇ ਵੜਕੇ ਵੀ ਤਮਾਸ਼ਬੀਨ ਲੋਕ ਸੀਗੇ ਨਾ, ਇਸ ਵਾਸਤੇ ਤੁਹਾਨੂੰ ਪਨਾਹਾਂ ਦੇਣੀਆਂ ਬਣਦੀਆਂ ਸੀਗੀਆਂ। ਅਗਲੀ ਗੱਲ ਸਮਝ ਗਏ ਆ ਤੁਸੀਂ ਕਿਉਂ ਪਨਾਹਾਂ ਦਿੱਤੀਆਂ ਸੀਗੀਆਂ। ਮਗਰ ਜੇ ਤੁਸੀਂ ਜ਼ਾਤੀਆ ਤੇ ਉਤਰੋਗੇ ਤੇ ਮੈਂ ਉੱਥੇ ਵੀਡੀਓ ਪਾ ਤੁੰਨਾਂਗਾ ਤੁਹਾਨੂੰ ਸਾਰਿਆਂ ਨੂੰ, ਤੇ ਫਿਰ ਤੋਂ ਸਾਡੇ ਸਾਰੇ ਪਾਕਿਸਤਾਨੀ ਰਾਈਆਂ ਨੂੰ ਤਕਲੀਫ ਹੋਣੀ ਆ ਕਿ ਲੋ ਜੀ ਰਾਣਾ ਸਾਡੇ ਤੇ ਵੀਡੀਓ ਪਾਈ ਜਾਂਦਾ ਆ। ਤਮੀਜ਼ ਦੇ ਦਾਇਰੇ ਤੇ ਆਪਣੀ ਔਕਾਤ ਦੇ ਵਿੱਚ ਰਹਿ ਕੇ ਗੱਲ ਕਰਿਆ ਕਰੋ। ਕਿਸੇ ਦੀ ਜ਼ਾਤੀਅਤ ਉਤਰੋਗੇ ਨਾ ਤੇ ਤੁੰਨ ਕੇ ਉੱਥੋਂ ਰੱਖਾਂਗਾ ਮੈਂ ਤੇ ਜਿੱਥੋਂ ਤੁਸੀਂ ਨਿਕਲੇ ਆ। ਇੰਨੀ ਗੱਲ ਮੇਰੀ ਯਾਦ ਰੱਖਣੀ ਆ। ਕਹਿੰਦਾ ਹਿੰਦੂ ਸਿੱਖੋ ਮੁਸਲਮਾਨ ਹੋਏ ਆ ਜੀ, ਹਿੰਦੂਆਂ ਦੇ ਸਿੱਖਾਂ ਨਾਲ ਸਾਡਾ ਮੁਕਾਬਲਾ। ਸਾਡਾ ਨਹੀਂ ਮੁਕਾਬਲਾ ਹੋ ਸਕਦਾ। ਅਸੀਂ ਰਾਜਿਆਂ ਦੀ ਔਲਾਦ ਆ ਤੇ ਤੁਸੀਂ ਕੰਜਰਾਂ ਦੀ ਔਲਾਦ ਆ। ਹੁਣ ਟੱਪੋ, ਮਿਰਚਾਂ ਲੱਗਣਗੀਆਂ ਕਿ ਰਾਣਾ ਕਿਹੜੀ ਗੱਲਾਂ ਕਰੀ ਜਾਂਦਾ ਆ। ਤੁਸੀਂ ਆਪਣੀ ਹਿਸਟਰੀ ਫਰੋਲੋ ਈਰਾਨ ਵਾਲੀ, ਕਿ ਈਰਾਨ ਦੇ ਵਿੱਚ ਤੁਹਾਨੂੰ ਕਿਉਂ ਭਜਾਇਆ ਗਿਆ ਸੀਗਾ। ਬਾਬੇ ਬੁੱਲੇ ਸ਼ਾਹ ਨੇ ਸਹੀ ਬਦਦੁਆ ਦੇ ਕੇ ਗਿਆ ਇਸ ਦੁਨੀਆ ਤੋਂ, ਵਕਤ ਦਾ ਵਲੀ ਸੀਗਾ, ਚੰਗੀ ਉਹਨੇ ਬਦਦੁਆ ਦਿੱਤੀ ਸੀਗੀ। ਜੇ ਪੁੱਤ ਸਾਈਂ ਦਾ ਤੇ ਵਸਾ ਨਾ ਖਾਈ ਰਾਈ ਦਾ, ਮੁਹੱਬੇ ਵਤਨ ਅਸੀਂ ਕੌਮ ਆ ਜੀ ਰਾਈ। ਸਾਨੂੰ ਪਤਾ ਕਿੱਡੀ ਕੁ ਵਫਾਦਾਰ, ਕਿੱਡੀ ਕੁ ਮੁਹੱਬੇ ਵਤਨ ਆ। ਪੂਰੇ ਪਾਕਿਸਤਾਨੀ ਨੂੰ ਪਤਾ ਆ ਕਿੰਨੇ ਕੁ ਵਫਾਦਾਰ ਤੁਸੀਂ ਹੁੰਦੇ ਆ। ਤਮੀਜ਼ ਨਾਲ ਤੂੰ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਬਹਿ ਕੇ ਨਾਮ ਦਾ ਚਲਾਉਂਦਾ ਪਿਆ ਨਾ ਪੇਜ, ਤਮੀਜ਼ ਦੇ ਦਾਇਰੇ 'ਚ ਰਹਿ ਕੇ ਗੱਲ ਕਰਨੀ ਆ। ਨਹੀਂ ਤਾਂ ਮੈਂ ਵੀ ਫਿਰ ਉੱਥੋਂ ਤੁੰਨਾਂਗਾ ਤੇ ਤੁਹਾਨੂੰ ਬਵਾਸੀਰ ਦੇ ਨਾਲ ਤੁਹਾਡਾ ਖੂਨ ਵੀ ਆਉਣ ਲੱਗ ਪੈਣਾ। ਇੰਨੀ ਵੀ ਗੱਲ ਯਾਦ ਰੱਖਿਓ। ਬਗੈਰਤ ਨਸਲ ਦਾ ਲੋਕ, ਚਬਲ
ਹੁਣ ਲਾਈ ਮੇਰੀ ਪੋਸਟ ਦੁਬਾਰਾ, ਤੈਨੂੰ ਮੈਂ ਤੁੰਨਾਂਗਾ ਕੈਸਾ। ਫਿਰ ਸਾਰੇ ਰਾਈਆਂ ਨੇ ਚੀਕਾਂ ਮਾਰਨੀਆਂ ਆ ਕਿ ਸਾਰੇ ਰਾਈਆਂ ਨੂੰ ਤੁੰਨਤਾ ਆ। ਮੈਂ ਇਸੇ ਰਾਈ ਨੂੰ ਤੁੰਨਿਆ ਜਿਹਨੇ ਮੇਰੀ ਪੋਸਟ ਲਾਈ ਸੀ ਕੰਜਰ ਨੇ, ਜਿਹੜੇ ਸਿੱਖ ਹਿੰਦੂ ਕਹੀ ਜਾਂਦੇ ਸਾਨੂੰ। ਅਲਹਮਦੁਲਿਲਾ ਅਸੀਂ ਮੁਸਲਮਾਨ ਆ, ਸਾਡੇ ਵਡਕੇ ਅਸੀਂ ਨਹੀਂ ਮੰਨਦੇ, ਭੱਜਦੇ ਇਸ ਗੱਲ ਤੋਂ ਕਿ ਸਾਡੇ ਵਡਕੇ ਨਹੀਂ ਸੀਗੇ, ਹਿੰਦੂ ਸੀਗੇ, ਕੋਈ ਸਿੱਖ ਸੀਗੇ। ਉਤੋਂ ਅਸੀਂ ਤਾਂ ਮੁਸਲਮਾਨ ਪੈਦਾ ਹੋਏ ਨਾ, ਅਸੀਂ ਤਾਂ ਮਾਂ ਪਿਓ, ਸਾਡਾ ਵੀ ਮਾਂ ਪਿਓ ਮੁਸਲਮਾਨ ਆ। ਸਾਡੇ ਕੋਈ ਪਿੱਛੇ ਪਣੇ 500 ਸਾਲ ਹਿਸਟਰੀ ਦੇ ਪਿੱਛੇ ਜਾਓ ਤੇ ਫਿਰ ਜਾ ਕੇ ਬਣਨੇ ਆ। ਤੇ ਤੁਸੀਂ ਵੀ ਮੰਨੋ ਕਿ ਇਰਾਨ ਦੇ ਵਿੱਚ ਤੁਹਾਡੀਆਂ ਹੀਰਾ ਮੰਡੀਆਂ ਸੀਗੀਆਂ ਤੇ ਉੱਥੋਂ ਕੱਢੇ ਗਏ ਸੀ ਇਰਾਨ ਦੇ ਬਾਦਸ਼ਾਹ ਨੇ, ਮੁਸਲਮਾਨਾਂ ਨੇ ਕੱਢੇ ਸੀਗੇ। ਤਾਂ ਫਿਰ ਤੁਸੀਂ ਪਾਕਿਸਤਾਨ ਦੇ ਵਿੱਚ ਆਏ ਸੀਗੇ। ਸਾਡੇ ਵਡਕੇ ਵੀ ਤਮਾਸ਼ਬੀਨ ਸੀ, ਉਹਨਾਂ ਨੇ ਤੁਹਾਨੂੰ ਰੱਖ ਲਿਆ ਉੱਥੇ ਖੇਤਾਂ 'ਚ ਕੰਮ ਕਰਨ ਵਾਸਤੇ। ਹਾਂਜੀ ਸੁਣੀ ਹੁਣ ਕਿਵੇਂ ਦੀ ਗਲੀਜ਼ ਜ਼ਬਾਨ ਇਸਤੇਮਾਲ ਪਿਆ ਕਰਦਾ ਹੈ। ਇੱਕ ਦੂਸਰਾ, ਮੈਂ ਇਹਦੇ ਖਿਲਾਫ ਪਹਿਲਾਂ ਇੱਕ ਦਿਨ ਪੋਸਟ ਲਾਈ ਸੀ ਜਿਸ 'ਚ ਇਹਨੇ ਗਲੀਜ਼ ਜ਼ਬਾਨ ਇਸਤੇਮਾਲ ਕੀਤੀ, ਮੈਨੂੰ ਇਸ ਨਸ਼ਈ ਆਖਿਆ, ਗਲੀਜ਼ ਜ਼ਬਾਨ ਇਸਤੇਮਾਲ ਕੀਤੀ। ਚਿੱਟਾ ਸਾਹਿਬ, ਪਹਿਲੇ ਨੰਬਰ 'ਤੇ ਇੱਕ ਗੱਲ ਮੈਂ ਤੈਨੂੰ ਵਜ਼ਾਹਤ ਨਾਲ ਦੱਸ ਦਿਆਂ, ਜੇ ਤੈਨੂੰ ਮੈਂ ਨਸ਼ਈ ਲੱਗਣਾ ਨਾ, ਮੈਂ ਕਦੋਂ ਤੇਰੇ ਤੋਂ ਕੋਈ ਚੀਜ਼ ਮੰਗੀ ਹੈ? ਕੋਈ ਆਖਿਆ ਤੈਨੂੰ? ਜਿਵੇਂ ਦੀ ਤੂੰ ਗਲੀਜ਼ ਜ਼ਬਾਨ ਇਸਤੇਮਾਲ ਤੂੰ ਮੇਰੇ ਵਾਸਤੇ ਕੀਤੀ ਹੈ, ਅਰਾਈ ਕੌਮ ਦੇ ਬਾਰੇ 'ਚ ਤੂੰ ਕੀਤੀ ਹੈ, ਤੇਰੇ ਗੱਲ 'ਚ ਫੁੱਲਾਂ ਦੇ ਹਾਰ ਤੇ ਨਹੀਂ ਸਨ ਪੈਣੇ। ਤੂੰ ਮੈਨੂੰ ਨਸ਼ਈ ਆਣਾ ਪਿਆ, ਤੇਰੇ ਪੱਲੇ ਕੋਈ ਥੋੜ੍ਹੀ ਬਹੁਤੀ ਕੋਈ ਸ਼ਰਮ ਵਾਲੀ ਗੱਲ, ਕੋਈ ਗੈਰਤ ਵਾਲੀ ਗੱਲ ਹੈ ਵੇ? ਤੂੰ ਨਹਾਇਤ ਹੀ ਨਾਮਾਕੂਲ, ਨਹਾਇਤ ਹੀ ਗਲੀਜ਼ ਜ਼ਬਾਨ ਤੂੰ ਰਾਈ ਕੌਮ ਦੇ ਬਾਰੇ 'ਚ ਤੂੰ ਇਸਤੇਮਾਲ ਕੀਤੀ, ਔਰ ਇੰਜ ਤੂੰ ਗਲੀਜ਼ ਜ਼ਬਾਨ ਇਸਤੇਮਾਲ ਕੀਤੀ ਕਿ ਕੋਈ ਬੰਦਾ ਸੁਣ ਨਹੀਂ ਸਕਦਾ। ਤੂੰ ਦੁਨੀਆ ਦਾ ਇੰਤਹਾ ਤੋਂ ਜ਼ਿਆਦਾ ਗੰਦਾ ਆਦਮੀ ਹੈ, ਔਰ ਤੈਨੂੰ ਇਹ ਚਾਹੀਦਾ ਨਹੀਂ ਸੀ। ਅਗਰ ਤੈਨੂੰ ਕੋਈ ਤਕਲੀਫ ਸੀ, ਜਿਸ ਬੰਦੇ ਤੇਰੇ ਖਿਲਾਫ ਪੋਸਟ ਲਾਈ ਸੀ, ਤੇਰਾ ਕੰਮ ਸੀ ਤੂੰ ਉਹਦੇ ਬਾਰੇ 'ਚ ਬਕਵਾਸ ਕਰਦਾ, ਤੂੰ ਪੂਰੀ ਰਾਈ ਕੌਮ ਨੂੰ ਰਿਸ਼ਤਾ ਨਾ ਦਿੰਦਾ, ਤੂੰ ਪੂਰੀ ਰਾਈ ਕੌਮ ਦੇ ਬਾਰੇ 'ਚ ਗਲੀਜ਼ ਜ਼ਬਾਨ ਇਸਤੇਮਾਲ ਨਾ ਕਰਦਾ। ਅਲਹਮਦੁਲਿਲਾ ਮੈਨੂੰ ਦੁਨੀਆ ਜਾਣਦੀ ਏ, ਮੈਨੂੰ ਇਹ ਸਫਾਈ ਦੇਣ ਦੀ ਜ਼ਰੂਰਤ ਨਹੀਂ ਕਿ ਮੈਂ ਕੌਣ ਆ ਤੇ ਕੌਣ ਨਹੀਂ। ਮੈਨੂੰ ਇਹ ਸਫਾਈ ਦੇਣ ਦੀ ਜ਼ਰੂਰਤ ਨਹੀਂ। ਹਾਂ, ਤੂੰ ਜ਼ਰੂਰ ਇੱਕ ਗਲੀਜ਼ ਆਦਮੀ ਹੈ, ਤੂੰ ਜ਼ਰੂਰ ਇੱਕ ਗੰਦਾ ਆਦਮੀ ਹੈ, ਜਿਹੜਾ ਤੂੰ ਰਾਜਾ ਮਹਾਰਾਜਾ ਤੇ ਤੂੰ ਪਤਾ ਨਹੀਂ ਕੀ ਕੁਛ ਬਣਿਆ ਫਿਰਨਾ ਨਾ। ਤੇਰੀ ਜ਼ਾਨੀਅਤ, ਤੇਰੀ ਔਕਾਤ ਦਾ ਇਹ ਤੋਂ ਪਤਾ ਲੱਗਦਾ ਪਿਆ। ਵੇਖੋ ਨਾ, ਮੈਂ ਵੀਡੀਓ ਦੇ ਵਿੱਚ ਪਹਿਲਾਂ ਆਖਿਆ ਕਿ ਜਿਸ ਬੰਦੇ ਸਾਡੇ ਵੀ ਪੋਸਟ ਲਾਈ ਉਸ ਵੀ ਗਲਤ ਕੀਤਾ, ਉਹਦਾ ਵੀ ਹੱਕ ਨਹੀਂ ਸੀ ਬਣਦਾ ਕਿ ਉਹ ਇਵੇਂ ਦੀ ਪੋਸਟ ਲਾਉਂਦਾ। ਅਗਰ ਤੂੰ ਕੋਈ ਗਲੀਜ਼ ਜ਼ਬਾਨ ਇਸਤੇਮਾਲ ਕੀਤੀ ਸੀ, ਫਿਰ ਉਹਨੂੰ ਚਾਹੀਦਾ ਸੀ ਕਿ ਜਿਵੇਂ ਤੂੰ ਪੋਸਟ ਨਾਲ ਲਾ ਕੇ ਦੱਸਿਆ ਨਾ ਜੀ, ਆ ਫਲਾਣੇ ਡਿਪਾਰਟਮੈਂਟ ਵਾਲਿਆ, ਰਾਈ ਡਿਪਾਰਟਮੈਂਟ ਵਾਲਿਆਂ ਮੇਰੇ ਖਿਲਾਫ ਜ਼ਬਾਨ ਗਲਤ ਪੋਸਟ ਲਾਈ, ਉਹ ਸਾਡੇ ਵੇਲੇ ਦਾ ਵੀ ਹੱਕ ਬਣਦਾ ਸੀ ਕੋਈ ਇੰਜ ਕਰਕੇ ਪੋਸਟ ਲਾਉਂਦਾ। ਪਰ ਉਹ ਗੰਦਾ ਬੰਦਾ ਸਾਡਾ ਵੀ ਗੰਦਾ ਸੀ, ਮੈਂ ਇਹ ਵੀ ਗੱਲ ਤਸਲੀਮ ਕਰਨਾ। ਔਰ ਉਸ ਤੋਂ ਜ਼ਿਆਦਾ ਕਈ ਗੁਣਾ ਤੂੰ ਖੁਦ ਗੰਦਾ ਹੈ। ਰਾਣਾ ਚਿੱਟਾ ਸਾਹਿਬ, ਤੂੰ ਖੁਦ ਗਲੀਜ਼ ਆਦਮੀ ਹੈ, ਤੂੰ 2 ਟਕੇ ਦਾ ਨੌਕਰ ਹੈ। ਨੌਕਰੀ ਮਜ਼ਦੂਰੀ ਤੂੰ ਕਰਦਾ ਫਿਰਨਾ ਹੈ। ਮਜ਼ਦੂਰੀ ਕਰਨਾ ਕੋਈ ਮਿਹਨਤ ਨਹੀਂ, ਮੈਂ ਵੀ ਕਰਨਾ ਮਜ਼ਦੂਰੀ, ਸਾਰੀ ਦੁਨੀਆ ਕਰਦੀ ਹੈ। ਕੋਈ ਆਪਣਾ ਕਾਰੋਬਾਰ ਕਰਦਾ, ਕੋਈ ਮਜ਼ਦੂਰੀ ਕਰਦਾ, ਪਰ ਜਿਵੇਂ ਦੀ ਗਲੀਜ਼ ਜ਼ਬਾਨ ਤੂੰ ਇਸਤੇਮਾਲ ਪਿਆ ਕਰਨਾ ਹੈ ਅਰਾਈਆਂ ਦੇ ਬਾਰੇ 'ਚ, ਇਹਦੇ 'ਚੋਂ ਸਾਬਤ ਹੁੰਦਾ ਕਿ ਤੇਰੀ ਤਰਬੀਅਤ ਕੈਸੀ ਹੋਈ ਹੈ। ਤੇਰੀ ਤਰਬੀਅਤ ਦਾ ਪਤਾ ਲੱਗਦਾ ਪਿਆ ਕਿ ਤੇਰੀ ਤਰਬੀਅਤ ਕੈਸੀ ਹੋਈ ਹੈ, ਔਰ ਤੇਰੀ ਕਿਸ ਖਾਨਦਾਨ ਔਰ ਕਿਵੇਂ ਦੇ ਗੰਦੇ ਖਾਨਦਾਨ 'ਚ ਤੇਰੀ ਤਰਬੀਅਤ ਹੋਈ ਹੈ। ਕਿਉਂਕਿ ਜਿਹੜਾ ਖਾਨਦਾਨੀ ਬੰਦਾ ਹੁੰਦਾ ਨਾ, ਉਹਦੀ ਤਰਬੀਅਤ ਦਾ ਪਤਾ ਲੱਗ ਜਾਂਦਾ। ਉਹ ਤੇਰੇ ਤਰ੍ਹਾਂ ਕੰਜਰਾਂ ਤਰ੍ਹਾਂ ਮੁੱਛਾਂ ਛੱਡ ਕੇ ਇਸ ਤਰ੍ਹਾਂ ਦੀ ਗਲੀਜ਼ ਜ਼ਬਾਨ ਇਸਤੇਮਾਲ ਨਹੀਂ ਕਰਦਾ ਕਿਸੇ ਦੇ ਖਿਲਾਫ। ਔਰ ਤੂੰ ਕੋਈ ਸਾਰੀ ਉਮਰ ਬਾਹਰ ਬਹਿ ਨਹੀਂ ਰਹਿਣਾ ਨਾ, ਤੂੰ ਕੋਈ ਟਿਕਟਾਂ ਘਟਾਈਆਂ ਨੇ, ਠੀਕ ਹੈ ਨਾ। ਤੂੰ ਆ ਸਾਊਥ ਅਫਰੀਕਾ ਬੈਠਾ ਹੈ, ਤੇ ਜੇ ਤੂੰ ਇੱਡਾ ਹੀ ਭਾਈ ਹੈ ਨਾ, ਇੱਡਾ ਹੀ ਬਹਾਦਰ ਹੈ, ਮੈਨੂੰ ਦੱਸ ਟਿਕਟ ਦੇ ਪੈਸੇ ਮੈਂ ਤੈਨੂੰ ਭੇਜ ਦੇਣਾ। ਟਿਕਟ ਕਰਾ ਕੇ ਏਅਰਪੋਰਟ 'ਤੇ ਇੰਟਰੀ ਮੈਨੂੰ ਪਾ ਦੇ, ਸਿਰਫ ਇੰਟਰੀ ਏਅਰਪੋਰਟ 'ਤੇ ਪਾ ਦੇ, ਤੇ ਮੈਂ ਤੈਨੂੰ ਮੰਨ ਜਾਗਾ ਕਿ ਤੂੰ ਵਾਕਈ ਕਿਸੇ ਰਾਜਾ ਮਹਾਰਾਜਾ ਦੀ ਸੱਟ ਹੈ। ਤੇ ਜੇ ਤੂੰ ਫਿਰ ਵੀ ਨਾ ਆਵੇਂ, ਫਿਰ ਤੂੰ ਕੋਈ ਗੰਦੀ ਸੱਟ ਹੈ, ਫਿਰ ਤੂੰ ਕੋਈ ਗਲੀਜ਼ ਸੱਟ ਹੈ। ਤੈਨੂੰ ਕੋਈ ਸ਼ਰਮ ਹੋਣੀ ਚਾਹੀਦੀ ਸੀ, ਤੈਨੂੰ ਕੋਈ ਗੈਰਤ ਕਰਨੀ ਚਾਹੀਦੀ ਸੀ। ਜਿਸ ਤਰ੍ਹਾਂ ਮੈਂ ਪਹਿਲੇ ਲਫਾਜ਼ ਦੇ ਵਿੱਚ ਆਪਣੀ ਡਿਪਾਰਟਮੈਂਟ ਵਾਲਿਆਂ ਜਿਹਨੇ ਤੇਰੇ ਖਿਲਾਫ ਪੋਸਟ ਲਾਈ ਹੈ, ਮੈਂ ਉਹਨੂੰ ਆਖਿਆ ਤੇਰਾ ਵੀ ਹੱਕ ਬਣਦਾ ਸੀ, ਅੱਛਾ ਬੰਦਾ ਇਨਸਾਨੀਅਤ ਦੇ ਨਾਤੇ, ਕਿ ਤੂੰ ਉਹਨੂੰ ਜਵਾਬ ਦਿੰਦਾ। ਤੂੰ 12-13 ਕਰੋੜ ਰਾਈਆਂ ਨੂੰ ਪੇਸ਼ ਨਾ ਕਰਦਾ, ਤੂੰ 12-13 ਕਰੋੜ ਰਾਈਆਂ ਦੇ ਖਿਲਾਫ ਗਲੀਜ਼ ਜ਼ਬਾਨ ਇਸਤੇਮਾਲ ਨਾ ਕਰਦਾ। ਤੂੰ ਜਿੰਦੀ ਗਲੀਜ਼ ਜ਼ਬਾਨ ਪੂਰੀ ਰਾਈ ਕੌਮ ਦੇ ਬਾਰੇ 'ਚ ਇਸਤੇਮਾਲ ਕੀਤੀ ਹੈ,
ਤੂੰ ਰਾਈਆਂ ਨੂੰ ਬਸ਼ਿੰਦਾ ਵੀ ਬਣਾ ਛੱਡਿਆ, ਕੀ ਕੁਛ ਤੂੰ ਬਕਵਾਸ ਕਰ ਗਿਆ। ਇਹ ਕੋਈ ਮੁਨਾਸਬ ਸੀ ਤੇਰੇ ਵਾਸਤੇ? ਉਤੋਂ ਤੂੰ ਮੈਨੂੰ ਆਨਾ ਕਿ ਤੂੰ ਆਪਣੀ ਸ਼ਕਲ ਵੇਖ, ਨਸ਼ਾਈ ਵੇਖ। ਨਾ ਤੇ ਮੈਂ ਕਦੇ ਕਰੀਮਾ ਲਾਣਾ ਤੇਰੇ ਤਰ੍ਹਾਂ, ਕਿਉਂਕਿ ਮੈਨੂੰ ਸ਼ੌਕ ਨਹੀਂ ਹੈਗਾ। ਕਰੀਮਾ ਸ਼ਰੀਮਾ ਮੈਂ ਨਹੀਂ ਲਾਉਂਦਾ, ਫਿਲਟਰ ਮੈਂ ਨਹੀਂ ਲਾਉਂਦਾ। ਮੈਂ ਇੱਕ ਸਾਦਾ ਜਿਹਾ ਆਦਮੀ ਹਾਂ ਔਰ ਮੈਂ ਸਾਦਗੀ 'ਚ ਰਹਿਣਾ। ਮੈਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ, ਮੈਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ। ਉਹ ਤੇਰੀ ਜੋ ਇਲਾਕੇ ਦੇ ਵਿੱਚ ਮਾਰਕੀਟ ਹੈ ਨਾ, ਜੋ ਤੇਰੇ ਇਲਾਕੇ 'ਚ, ਤੇਰੇ ਘਰ 'ਚ ਮਾਰਕੀਟ ਹੈ, ਜਿਹੜਾ ਗੈਰਤਮੰਦ ਬੰਦਾ ਨਾ, ਗੈਰਤਮੰਦ ਬੰਦਾ ਜਿਹੜਾ ਜਿਵੇਂ ਦਾ ਤੇਰਾ ਕਰਤੂਤ ਤੇਰੇ ਇਲਾਕੇ ਦੇ ਵਿੱਚ ਸਿਸਟਮ ਨੇ ਨਾ, ਔਰ ਜੋ ਤੂੰ ਕਰਕੇ ਤੂੰ ਨਸਿਆ ਹੈ। ਹਜੇ ਮੈਂ ਉਹ ਗੱਲਾਂ ਇੱਥੇ ਸ਼ੇਅਰ ਨਹੀਂ ਕਰਦਾ ਪਿਆ, ਹਜੇ ਮੈਂ ਤੇਰਾ ਪਰਦਾ ਪਿਆ ਰੱਖਣਾ। ਜੋ ਤੂੰ ਕਰਤੂਤ ਕਰਦਾ ਰਿਹਾ, ਜੋ ਔਰ ਤੂੰ ਇਸਤੇਮਾਲ ਵੀ ਅਰਾਈਆਂ ਨੂੰ ਕੀਤਾ, ਔਰ ਅਰਾਈਆਂ ਦੀ ਵਜ੍ਹਾ ਤੋਂ ਹੀ ਤੇਰੀ ਕੋ ਤੇ ਮਾੜੀ ਚੰਗੀ ਇੱਜ਼ਤ ਦਾ ਸਬਬ ਬਣਿਆ। ਔਰ ਤੂੰ ਅਰਾਈਆਂ ਕੌਮ ਦੇ ਬਾਰੇ 'ਚ ਤੂੰ ਗਲੀਜ਼ ਜ਼ਬਾਨ ਇਸਤੇਮਾਲ ਕਰੇ, ਇਹ ਤੋਂ ਤੂੰ ਸਾਬਤ ਹੋਣਾ ਕਿ ਤੇਰੇ 'ਤੇ ਖੂਨ ਅੱਛਾ ਨਹੀਂ। ਜੇ ਤੇਰੇ 'ਚ ਖੂਨ ਅੱਛਾ ਹੁੰਦਾ ਨਾ, ਤੇਰਾ ਹੱਕ ਸੀ ਕਿ ਜਿਹਨੇ ਤੇਰੇ ਖਿਲਾਫ ਪੋਸਟ ਲਾਈ ਸੀ ਤੂੰ ਉਹਨੂੰ ਮੁਖਾਤਬ ਕਰਦਾ। ਹੁਣ ਵੇਖ ਨਾ, ਮੈਂ ਤੈਨੂੰ ਮੁਖਾਤਬ ਕਰਨਾ ਪਿਆ, ਤੇਰੀ ਕੌਮ ਨੂੰ ਮੁਖਾਤਬ ਨਹੀਂ ਕੀਤਾ, ਔਰ ਮੈਂ ਕਰਦਾ ਵੀ ਨਹੀਂ, ਮੈਂ ਕਰਦਾ ਵੀ ਨਹੀਂ ਮੁਖਾਤਬ। ਮੇਰਾ ਸ਼ੇਵਾ ਨਹੀਂ। ਇੱਕ ਬੰਦੇ ਦੀ ਵਜ੍ਹਾ ਤੋਂ ਕਿਸੇ ਦੀ ਪੂਰੀ ਕੌਮ ਗੰਦੀ ਨਹੀਂ ਹੁੰਦੀ। ਇੱਕ ਬੰਦੇ ਦੀ ਵਜ੍ਹਾ ਤੋਂ ਕਿਸੇ ਦੀ ਪੂਰੀ ਕੌਮ ਗੰਦੀ ਨਹੀਂ ਹੁੰਦੀ। ਤੂੰ ਤੇ ਗੰਦਾ ਹੈ ਮੈਂ, ਪਰ ਪੂਰੀ ਕੌਮ ਗੰਦਾ ਨਹੀਂ ਹੋ ਸਕਦੀ। ਜਿਹੜਾ ਤੂੰ ਰਾਜਾ ਤੇ ਮਹਾਰਾਜਾ ਤੇ ਪਤਾ ਨਹੀਂ ਕੀ ਕੁਛ ਤੂੰ ਬਣਿਆ ਫਿਰਨਾ, ਡੀਸੀ ਝੰਗ ਦਾ ਪੁੱਤਰ ਤੂੰ ਬਣਿਆ ਫਿਰਨਾ, ਤੇਰੀ ਹੈਸੀਅਤ ਵੀ ਨਹੀਂ, ਤੇਰੀ ਔਕਾਤ ਵੀ ਨਹੀਂ। ਤੈਨੂੰ ਚਾਹੀਦਾ ਸੀ ਕਿ ਅਗਰ ਤੇਰੇ ਖਿਲਾਫ ਉਹਨੇ ਪੋਸਟ ਲਾਈ ਸੀ, ਤੂੰ ਡਾਇਰੈਕਟ ਉਹਨੂੰ ਹਿੱਟ ਕਰਦਾ, ਤੂੰ ਪੂਰੇ ਰਾਈਆਂ ਨੂੰ ਪੇਸ਼ ਨਾ ਕਰਦਾ। ਹਾਲਾਂਕਿ ਮੇਰੇ ਕੋਲ ਉਹ ਗੱਲਾਂ ਤੇਰੀਆਂ ਮੌਜੂਦ ਨੇ ਕਿ ਅਗਰ ਮੈਂ ਉਹ ਸਾਰੀਆਂ ਗੱਲਾਂ ਕਰਾਂ ਤੇ ਤੇਰਾ ਇੱਕ ਸਕਿੰਟ 'ਚ ਤੇਰੇ ਤੌਰ ਭੌਰ ਸਾਰੇ ਘੁੰਮ ਜਾਣੇ ਨੇ। ਜਿਹੜੀ ਹਿਸਟਰੀ ਮੈਂ ਤੇਰੇ ਬਾਰੇ ਜਾਣਨਾ ਨਾ, ਜਿਨ੍ਹਾਂ ਕੋਲ ਨੌਲੇਜ ਮੈਨੂੰ ਹੈ ਤੇਰੇ ਬਾਰੇ ਦੇ ਵਿੱਚ, ਮਤ ਤੈਨੂੰ ਇਹ ਭੁਲੇਖਾ ਹੋਵੇ ਕਿ ਸ਼ਾਇਦ ਮੀਆਂ ਸਾਹਿਬ ਨੂੰ ਪਤਾ ਨਹੀਂ। ਮੀਆਂ ਸਾਹਿਬ ਤੇਰੀ ਹਸੀਅਤ ਵੀ ਜਾਣਦੇ ਨੇ ਔਰ ਤੇਰਾ ਕਿਰਦਾਰ ਵੀ ਜਾਣਦੇ ਨੇ। ਜੋ ਤੂੰ ਕਰਦਾ, ਜਿਵੇਂ ਤੂੰ ਇੱਥੋਂ ਨਸਿਆ, ਉਹ ਸਭ ਮੈਂ ਜਾਣਨਾ। ਕਤਨ ਵੀ ਜਿਹੜਾ ਬੰਦਾ ਪਹਿਲੇ ਨੰਬਰ 'ਤੇ ਇਸ ਤਰ੍ਹਾਂ ਦੀ ਹਰਕਤ ਕਰਨੀ ਨਹੀਂ ਚਾਹੀਦੀ ਕਿਸੇ ਦੇ ਬਾਰੇ 'ਚ ਵੀ। ਅਗਰ ਕੋਈ ਉਂਗਲ ਦਿੰਦਾ ਹੈ ਤਾਂ ਫਿਰ ਉਹਨੂੰ ਚੱਪਾ 'ਤੇ ਲੱਭਣਾ ਨਾ। ਅਗਰ ਕੋਈ ਉਂਗਲ ਦਿੰਦਾ ਫਿਰ ਚੱਪੇ ਦੀ ਉਮੀਦ ਤਾਂ ਰੱਖਣੀ ਚਾਹੀਦੀ ਹੈ ਨਾ। ਅਗਰ ਉਸ ਜਵਾਨ ਨੇ ਤੇਰੇ ਖਿਲਾਫ ਪੋਸਟ ਗਲਤ ਲਾਈ ਸੀ, ਤੇਰਾ ਕੰਮ ਸੀ ਤੂੰ ਉਹਨੂੰ ਜਵਾਬ ਦਿੰਦਾ, ਤੂੰ ਪੂਰੇ ਰਾਈਆਂ ਨੂੰ ਹਿੱਟ ਨਾ ਕਰਦਾ। ਹੁਣ ਮੇਰੇ ਵਾਸਤੇ ਕੋਈ ਇਨਸਾਨੀਅਤ ਨਹੀਂ ਕਿ ਤੂੰ ਇਕੱਲਾ ਗੰਦਾ ਹੈ, ਤੇਰੀ ਆਵਾਜ਼ ਤੋਂ ਪੂਰੀ ਤੇਰੀ ਰਾਣਾ ਬਰਾਦਰੀ ਤੇ ਗਲਤ ਨਹੀਂ ਹੋ ਸਕਦੀ। ਮੈਂ ਪੂਰੀ ਰਾਣਾ ਬਰਾਦਰੀ ਨੂੰ ਤਾਂ ਨਹੀਂ ਆਉਂਦਾ ਪਿਆ, ਮੈਂ ਤੈਨੂੰ ਆਉਣਾ ਪਿਆ ਬੇਸ਼ਰਮਾ। ਮੈਂ ਤੈਨੂੰ ਆਉਣਾ ਪਿਆ ਕਿ ਤੇਰੇ ਪੱਲੇ ਕੋਈ ਥੋੜ੍ਹੀ ਬਹੁਤੀ ਸ਼ਰਮ ਹੁੰਦੀ ਨਾ, ਥੋੜ੍ਹੀ ਬਹੁਤੀ ਗੈਰਤ ਹੁੰਦੀ, ਤੂੰ ਪੂਰੇ ਰਾਈਆਂ ਦੇ ਬਾਰੇ 'ਚ ਇੰਦੀ ਗਲੀਜ਼ ਜ਼ਬਾਨ ਇਸਤੇਮਾਲ ਨਾ ਕਰਦਾ। ਅਗਰ ਥੋੜ੍ਹੀ ਜਿਹੀ ਵੀ ਤੇਰੇ 'ਚ ਗੈਰਤ ਹੁੰਦੀ, ਥੋੜ੍ਹੀ ਜਿਹੀ ਵੀ ਇਨਸਾਨੀਅਤ ਹੁੰਦੀ, ਬੰਦੇ ਭਾਈ ਆਪਣੀ ਗੱਲਾਂ ਨਾਲ ਬਣਦੇ ਨੇ, ਆਪਣੇ ਕਿਰਦਾਰ ਨਾਲ ਬਣਦੇ ਨੇ। ਬਕਵਾਸ ਕਰਨ ਨਾਲ ਬੰਦੇ ਭਾਈ ਨਹੀਂ ਬਣਦੇ। ਔਰ ਜਿਹੜੀ ਤੂੰ ਆ ਦੱਸਣਾ ਨਾ ਤੇ ਮੇਰੀ ਤਸਵੀਰ ਲਾ ਕੇ ਵੀ ਇਹ ਨਸ਼ਾਈ ਹੈ ਤੇ ਇਹਦਾ ਚਿਹਰਾ ਵੇਖੋ, ਅਲਹਮਦੁਲਿਲਾ ਨਾ ਮੈਂ ਸਾਰੀ ਜ਼ਿੰਦਗੀ ਕਰੀਮਾਂ ਕਦੇ ਲਾਈਆਂ ਨੇ, ਨਾ ਮੈਂ ਕਦੇ ਫਿਲਟਰ ਲਾਏ ਨੇ, ਤੇ ਨਾ ਮੈਨੂੰ ਜ਼ਰੂਰਤ ਹੈ, ਕਿਉਂਕਿ ਮੇਰਾ ਉਹ ਕਾਰੋਬਾਰ ਨਹੀਂ ਹੈਗਾ। ਮੈਂ ਇੱਕ ਸਾਦਾ ਜਿਹਾ ਸ਼ਰੀਫ ਆਦਮੀ ਹਾਂ। ਮੇਰਾ ਤੇਰੇ ਵਾਲਾ ਸਿਸਟਮ ਨਹੀਂ ਹੈਗਾ ਕਿ ਮੈਂ ਕਰੀਮਾਂ ਲਾ ਕੇ ਕਿਸੇ ਨੂੰ ਵਿਖਾਣੀਆਂ ਨੇ। ਮੈਂ ਕੋਈ ਮਾਰਕੀਟ ਵਾਲਾ ਬੰਦਾ ਨਹੀਂ ਹੈਗਾ। ਤੂੰ ਮਾਰਕੀਟ ਵਾਲਾ ਬੰਦਾ ਹੈ, ਤੈਨੂੰ ਤੇ ਕਰੀਮਾਂ ਸ਼ਰੀਮਾਂ ਚਾਹੀਦੀਆਂ ਨੇ, ਫਿਲਟਰ ਚਾਹੀਦੇ ਨੇ, ਠੀਕ ਹੈ ਨਾ। ਨਹੀਂ ਤੇ ਤੇਰੀ ਤਾਂ ਮਾਰਕੀਟ ਖਤਮ ਹੋ ਜਾਏਗੀ। ਇਸ ਤਰ੍ਹਾਂ ਦੀ ਗਲੀਜ਼ ਜ਼ਬਾਨ ਕਦੇ ਵੀ ਇਸਤੇਮਾਲ ਨਹੀਂ ਕਰਨੀ ਚਾਹੀਦੀ। ਕਤਨ ਵੀ ਕਿਸੇ ਦੀ ਪੂਰੀ ਬਰਾਦਰੀ ਨੂੰ ਹਿੱਟ ਨਹੀਂ ਕਰਨਾ ਚਾਹੀਦਾ। ਜਿਸ ਬੰਦੇ ਤੇਰੇ ਖਿਲਾਫ ਵੀ ਪੋਸਟ ਲਾਈ ਹੈ, ਉਹਨੇ ਵੀ ਗਲਤ ਕੀਤਾ, ਉਹਨੇ ਵੀ ਅੱਛਾ ਨਹੀਂ ਕੀਤਾ। ਲਿਹਾਜ਼ਾ ਦੁਬਾਰਾ ਤੋਂ ਪੂਰੀ ਰਾਈ ਕੌਮ ਨੂੰ ਹਿੱਟ ਨਹੀਂ ਕਰਨਾ। ਜਿਹੜਾ ਤੇਰੇ ਖਿਲਾਫ ਕੋਈ ਕਰੇ, ਤੂੰ ਉਹਦਾ ਨਾਂ ਲੈ ਕੇ ਮੁਖਾਤਬ ਕਰਨਾ, ਪੂਰੀ ਰਾਈ ਕੌਮ ਨੂੰ ਹਿੱਟ ਨਹੀਂ ਕਰਨਾ। ਇਹ ਤੈਨੂੰ ਮੇਰਾ ਪੈਗਾਮ ਹੈ, ਇਹ ਗੱਲ ਜ਼ਿਹਨ 'ਚ ਪਾ ਲਵੇਂ। ਲੋ ਦੋਸਤੋ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰਹੋ, ਆਬਾਦ ਰਹੋ। ਪਾਕਿਸਤਾਨ ਜ਼ਿੰਦਾਬਾਦ, ਰਾਈ ਕੌਮ ਜ਼ਿੰਦਾਬਾਦ।